ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰ ਸਾਹਿਬ ਛੱਡ ਕੇ ਮਨ ਮੁਖ ਹੋਏ ਬੰਦੇ ਦਾ ਬੰਦਾ। ਹੁਕਮੀ ਬੰਦਾ ਹੋਏ ਕੈ ਨਿਤ ਉਠ ਜਾਏ ਸਲਾਮ ਕਰਨ ਦਾ। ਆਠ ਪਹਿਰ ਹੱਥ ਜੋੜ ਕੇ ਹੋਏ ਹਜੂਰੀ ਖੜਾ ਰਹੰਦਾ। ਨੀਂਦ ਨ ਭੁੱਖ ਨ ਸੁਖ ਤਿਸ ਸੂਲੀ ਚੜ੍ਹਿਆ ਰਹਿ ਡਰੰਦਾ। ਪਾਣੀ ਪਾਲਾ ਧੁੱਪ ਛਾਉਂ ਸਿਰ ਉੱਤੇ ਝੱਲ ਦੁੱਖ ਸਹੰਦਾ। ਆਤਿਸ਼ਬਾਜ਼ੀ ਸਾਰ ਵੇਖ ਰਣ ਵਿੱਚ ਘਾਇਲ ਹੋਏ ਮਰੰਦਾ। ਗੁਰ ਪੂਰੇ ਵਿਣ ਜੂਨ ਭਵੰਦਾ। ਗੁਰ ਪੂਰੇ ਵਿਣ ਜੂਨ ਭਵੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਗੁਰਗੱਦੀ 'ਤੇ ਬਿਰਾਜਮਾਨ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜੀਏ। 15ਵੀਂ ਵਾਰ ਦੇ ਵਿੱਚੋਂ ਆਪ ਜੀ ਨੇ ਚੌਥੀ ਪੌੜੀ ਦਾ ਪਾਠ ਸਰਵਣ ਕੀਤਾ ਹੈ। ਇਸ ਪੌੜੀ ਦੇ ਅੰਦਰ ਭਾਈ ਗੁਰਦਾਸ ਸਾਹਿਬ ਜੀ ਮਨਮੁਖ ਬੰਦੇ ਦੀ ਦਸ਼ਾ ਦਾ ਵਰਣਨ ਕਰਦੇ ਹੈ। ਜਿਹੜਾ ਮਨਮੁਖ ਬੰਦਾ ਹੁੰਦਾ ਹੈ ਉਹ ਸੱਚੇ ਗੁਰੂ ਨੂੰ ਛੱਡ ਕੇ ਨਾ ਹੋਰ ਜਿਹੜੇ ਬੰਦੇ ਹਨ ਉਹਨਾਂ ਦੀ ਜੀ ਹਜ਼ੂਰੀ ਕਰਦਾ ਰਹਿੰਦਾ ਹੈ। ਉਹਨਾਂ ਦਾਸਾਂ ਦੇ ਦਾਸ ਬੰਦੇ ਦਾ ਬੰਦਾ ਬਣ ਕੇ ਆਪਣੀ ਜ਼ਿੰਦਗੀ ਗੁਜ਼ਾਰ ਦਿੰਦਾ ਹੈ। ਕਦੇ ਉਹ ਗੁਰੂ ਦੀ ਚਰਨ ਸ਼ਰਨ ਵਿੱਚ ਨਹੀਂ ਆਉਂਦਾ, ਗੁਰੂ ਤੋਂ ਸਿੱਖਿਆ ਲੈ ਕੇ ਜੀਵਨ ਵਿੱਚ ਕਮਾਈ ਨਹੀਂ ਕਰਦਾ। ਬਸ ਉਹਦੇ ਖਾਤਰ ਹੀ ਲੜਦਾ ਮਰਦਾ ਝਗੜਦਾ ਹੈ ਔਰ ਸਦਾ ਹੱਥ ਜੋੜ ਕੇ ਉਹਦੇ ਅੱਗੇ ਖਲੋਤਾ ਰਹਿੰਦਾ ਹੈ। ਪਰ ਜੇ ਕਿਤੇ ਇਹੀ ਗੁਰੂ ਦੀ ਹਜ਼ੂਰੀ ਵਿੱਚ ਆ ਜਾਏ, ਗੁਰੂ ਦਾ ਸੱਚਾ ਸੇਵਕ ਬਣ ਜਾਏ ਤਾਂ ਸਾਹਿਬ ਕਹਿੰਦੇ ਸੰਸਾਰ ਤੋਂ ਤਰ ਜਾਏ। ਪਰ ਇਹ ਬੰਦਿਆਂ ਦੀ ਚਾਪਲੂਸੀ ਕਰਦਾ ਹੈ, ਉਹਨਾਂ ਦੀਆਂ ਗੱਲਾਂ ਮੰਨਦਾ ਹੈ। ਉਹਨਾਂ ਨੇ ਜੇ ਕਿਹਾ ਵੀ ਤੂੰ ਧੁੱਪ ਵਿੱਚ ਖਲੋਤੇ ਰਹਿਣਾ, ਇਹ ਧੁੱਪ ਵਿੱਚ ਖਲੋਤਾ ਰਹਿੰਦਾ ਹੈ। ਜੇ ਉਹਨੇ ਕਿਹਾ ਬੈਠ ਜਾਓ ਫਿਰ ਬਹਿ ਜਾਂਦਾ ਹੈ। ਮਤਲਬ ਕਿ ਉਹਨਾਂ ਦੀ ਗੱਲ ਤਾਂ ਮੰਨਦਾ ਪਰ ਗੁਰੂ ਦੀ ਗੱਲ ਨਹੀਂ ਮੰਨਦਾ। ਸੋ ਉਹਨਾਂ ਦਾ ਹਾਲ ਇਸ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਦੱਸ ਰਹੇ ਹੈ। ਵਾਹਿਗੁਰੂ ਜੀ ਸਤਿਗੁਰ ਸਾਹਿਬ ਛੱਡ ਕੇ ਮਨ ਮੁਖ ਹੋਏ ਬੰਦੇ ਦਾ ਬੰਦਾ।
ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜਾ ਮਨਮੁਖ ਹੈ ਨਾ, ਉਹ ਸਤਿਗੁਰੂ ਸੁਆਮੀ ਨੂੰ, ਸਤਿਗੁਰੂ ਮਾਲਕ ਨੂੰ ਛੱਡ ਕੇ ਹੋਏ ਬੰਦੇ ਦਾ ਬੰਦਾ, ਦਾਸ ਦਾ ਦਾਸ ਬਣਦਾ ਹੈ। ਨੌਕਰ ਦਾ ਵੀ ਅੱਗੇ ਨੌਕਰ ਬਣ ਜਾਂਦਾ ਹੈ। ਇਹ ਮਨਮੁਖ ਦਾ ਹਾਲ ਹੁੰਦਾ। ਚਾਹੀਦਾ ਤਾਂ ਇਹ ਸੀ ਵੀ ਗੁਰੂ ਦਾ ਬੰਦਾ ਬਣੇ, ਪਰ ਉਹ ਲੋਕਾਂ ਦਾ ਬੰਦਾ ਬਣ ਜਾਂਦਾ ਹੈ। ਲੋਕਾਂ ਨੂੰ ਖੁਸ਼ ਕਰਨ ਦਾ ਯਤਨ ਕਰਦਾ ਵੀ ਲੋਕ ਕਿਵੇਂ ਖੁਸ਼ ਹੋਣਗੇ। ਪਰ ਸੱਚੀ ਗੱਲ ਇਹ ਹੈ, ਦੁਨੀਆ ਤਾਂ ਕਦੇ ਕਿਸੇ 'ਤੇ ਖੁਸ਼ ਹੁੰਦੀ ਨਹੀਂ, ਜੋ ਮਰਜ਼ੀ ਕਰ ਲਵੇ। ਕਲਗੀਧਰ ਮਹਾਰਾਜ ਜੀ ਜਦੋਂ ਦੱਖਣ ਦੀ ਧਰਤੀ 'ਤੇ ਗਏ, ਮਾਧੋ ਦਾਸ ਬੈਰਾਗੀ ਦੇ ਨਾਲ ਸਤਿਗੁਰੂ ਦਾ ਮੇਲ ਹੋਇਆ, ਆਪ ਸਾਰੇ ਜਾਣਦੇ ਹੋ। ਬੜੀਆਂ ਉਹਨੇ ਰਿੱਧੀਆਂ ਸਿੱਧੀਆਂ ਸ਼ਕਤੀਆਂ ਲਾਈਆਂ, ਵੀਰ ਭੇਜੇ ਵੀ ਪਲੰਘਾ ਉਲਟਾ ਦੇਵਾਂ, ਪਰ ਜਦੋਂ ਸਤਿਗੁਰੂ ਅਡੋਲ ਬੈਠੇ ਰਹੇ ਤੇ ਅਖੀਰ ਮਹਾਰਾਜ ਦੇ ਸਨਮੁਖ ਆ ਗਿਆ, ਨਮਸਕਾਰ ਕੀਤੀ। ਸਤਿਗੁਰੂ ਨੇ ਇਹਨੂੰ ਸਿੱਖਿਆ ਦਿੱਤੀ, ਪਹਿਲੋਂ ਜਾਣ ਪਛਾਣ ਕੀਤੀ, ਤੁਸੀਂ ਕੌਣ ਹੋ? ਕਹਿੰਦਾ ਤੁਸੀਂ ਗੁਰੂ ਗੋਬਿੰਦ ਸਿੰਘ ਹੋ? ਮਹਾਰਾਜ ਕਹਿੰਦੇ ਹਾਂ। ਤੇ ਸਤਿਗੁਰੂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਮਹਾਰਾਜ ਆਪਣਾ ਬੰਦਾ ਬਣਾ ਲਓ। ਤੂੰ ਕੌਣ ਹੈ? ਮੈਂ ਤੁਹਾਡਾ ਬੰਦਾ। ਤੇ ਗੁਰੂ ਦਾ ਬੰਦਾ ਬਣ ਗਿਆ। ਅੰਮ੍ਰਿਤ ਦੀ ਦਾਤ ਬਖਸ਼ੀ, ਨਾਮ ਰੱਖਿਆ ਭਾਈ ਗੁਰਬਖਸ਼ ਸਿੰਘ, ਪਰ ਨਾਮ ਇਹੀ ਪ੍ਰਸਿੱਧ ਹੋਇਆ ਵੀ ਮਹਾਰਾਜ ਤੁਹਾਡਾ ਬੰਦਾ ਹਾਂ। ਬਾਬਾ ਬੰਦਾ ਸਿੰਘ ਬਹਾਦਰ ਪ੍ਰਸਿੱਧ ਹੋ ਗਿਆ। ਸੋ ਗੁਰੂ ਦਾ ਬੰਦਾ ਬਣ ਕੇ ਜੋ ਕੁਝ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ, ਇਤਿਹਾਸ ਦੇ ਵਿੱਚ ਬਹੁਤ ਲੰਬਾ ਇਸ ਦਾ ਜ਼ਿਕਰ ਹੈ। ਜਿਹੜੇ ਪਾਪੀ ਲੋਕ ਸਨ, ਪਾਪ ਕਰਨ ਵਾਲੇ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ। ਵੱਡੀ ਫੌਜ ਇਕੱਤਰ ਕੀਤੀ ਖਾਲਸੇ ਦੀ, ਤੇ ਜਿਵੇਂ ਜਿਵੇਂ ਕਲਗੀਧਰ ਪਾਤਸ਼ਾਹ ਨੇ ਬਚਨ ਕਹੇ ਸੀ, ਹਦਾਇਤਾਂ ਕੀਤੀਆਂ ਸੀ, ਬਾਬਾ ਬੰਦਾ ਸਿੰਘ ਬਹਾਦਰ ਨੂੰ, ਬਾਬਾ ਬੰਦਾ ਸਿੰਘ ਬਹਾਦਰ ਨੇ ਉਵੇਂ ਉਵੇਂ ਹੀ ਕੀਤਾ। ਸੰਢੌਰਾ ਮਾਰਿਆ। ਪੀਰ ਬੁੱਧੂ ਸ਼ਾਹ ਦੇ ਪਰਿਵਾਰ ਨੂੰ, ਜਿਨ੍ਹਾਂ ਨੇ ਕੋਹਲੂ ਵਿੱਚ ਪੀੜਿਆ ਸੀ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ। ਔਰ ਸਮਾਣਾ ਮਾਰਿਆ, ਕਿਉਂਕਿ ਸ਼ਾਸਲ ਬੇਗ, ਬਾਸ਼ਲ ਬੇਗ, ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਸੀ, ਉਹ ਇਸੇ ਸਮਾਣੇ ਦੇ ਰਹਿਣ ਵਾਲੇ ਸੀ। ਜਲਾਦ ਜਲਾਲੁਦੀਨ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ, ਉਹ ਵੀ ਇੱਥੋਂ ਦਾ ਹੀ ਸੀ। ਬੜੀਆਂ ਵੱਡੀਆਂ ਮੱਲਾਂ ਮਾਰੀਆਂ। ਤੇ ਫਿਰ ਚੱਪੜਚਿੜੀ ਦੇ ਮੈਦਾਨ ਦੇ ਵਿੱਚ ਜਦੋਂ ਵਜ਼ੀਰ ਖਾਂ ਦੀਆਂ ਫੌਜਾਂ ਨਾਲ ਜੰਗ ਹੋਇਆ, ਤੇ ਵਜ਼ੀਰ ਖਾਂ ਨੂੰ ਕੀਤੀ ਦੀ ਸਜ਼ਾ ਦਿੱਤੀ। ਜਿਹਨੂੰ ਸੁੱਚਾ ਆਨੰਦ ਕਿਹਾ ਜਾਂਦਾ ਸੀ, ਸਿੱਖ ਇਸ ਨੂੰ ਝੂਠਾ ਆਨੰਦ ਕਹਿੰਦੇ ਹੈ, ਜਿਹਨੇ ਸੂਬੇ ਦੀ ਕਚਹਿਰੀ ਦੇ ਵਿੱਚ ਇਹ ਗੱਲ ਕਹੀ ਸੀ ਕਿ ਇਹ ਸੱਪ ਦੇ ਪੁੱਤ, ਸੱਪ ਦੇ ਬੱਚੇ ਸਪੋਲੀਏ ਨੇ, ਸੱਪ ਨੂੰ ਮਾਰਨਾ ਤੇ ਸਪੋਲੀਆਂ ਨੂੰ ਪਾਲ ਲੈਣਾ ਕੋਈ ਸਿਆਣਪ ਨਹੀਂ ਹੁੰਦੀ। ਤੇ ਵਜ਼ੀਰ ਖਾਂ ਨੂੰ ਕਹਿ ਕੇ ਫਤਵਾ ਦਿਵਾਇਆ ਸੀ। ਉਸ ਸੁੱਚਾ ਆਨੰਦ ਨੂੰ ਖਾਲਸੇ ਨੇ ਫਿਰ ਉਹਦੇ ਨੱਕ ਵਿੱਚ ਨਕੇਲ ਪਾ ਕੇ ਸਰਹੰਦ ਦੀਆਂ ਗਲੀਆਂ ਵਿੱਚ ਫੇਰਿਆ, ਔਰ ਹਰੇਕ ਤੋਂ ਛਿੱਤਰਾਂ ਦੀ ਮਾਰ ਇਹਦੇ ਸਿਰ ਵਿੱਚ ਕਰਵਾਈ। ਉਹਨੂੰ ਉਹਦੀ ਕੀਤੀ ਦੀ ਸਜ਼ਾ ਦਿੱਤੀ। ਵਜ਼ੀਰ ਖਾਂ ਨੂੰ ਮੌਤ ਦੇ ਘਾਟ ਉਤਾਰਿਆ। ਇਤਿਹਾਸ ਇੱਥੋਂ ਤੱਕ ਜ਼ਿਕਰ ਕਰਦਾ ਹੈ ਵੀ ਢੱਗਿਆਂ ਦੇ ਪਿੱਛੇ ਪਾ ਕੇ ਉਹਨੂੰ ਧੂਹਿਆ ਗਿਆ, ਘਸੀਟਿਆ ਗਿਆ, ਫਿਰ ਰੁੱਖ ਦੇ ਨਾਲ ਟੰਗ ਦਿੱਤਾ ਗਿਆ, ਕਿਉਂਕਿ ਸਤਿਗੁਰੂ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ। ਜਦੋਂ ਗੁਰੂ ਦਾ ਬੰਦਾ ਬਣ ਗਿਆ ਮਾਧੋ ਦਾਸ ਬੈਰਾਗੀ, ਤੇ ਗੁਰੂ ਦਾ ਬੰਦਾ ਬਣ ਕੇ ਫਿਰ ਗੁਰੂ ਦੇ ਹੁਕਮ ਦੇ ਵਿੱਚ ਜ਼ੁਲਮ ਕਰਨ ਵਾਲਿਆਂ ਨੂੰ, ਉਹਨਾਂ ਦੇ ਕੀਤੇ ਜੋ ਜ਼ੁਲਮ ਕੀਤੇ ਸਜ਼ਾਵਾਂ ਦਿੱਤੀਆਂ, ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ, ਤੇ ਆਪ ਅਖੀਰ ਦਿੱਲੀ ਦੀ ਧਰਤੀ 'ਤੇ ਸ਼ਹਾਦਤ ਪ੍ਰਾਪਤ ਕੀਤੀ ਤੇ ਬਹਾਦਰਾਂ ਵਾਲੀ ਮੌਤ ਪ੍ਰਾਪਤ ਕੀਤੀ।
ਇਹ ਹੈ ਗੁਰੂ ਦਾ ਬੰਦਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਵੇਖੋ ਸਤਿਗੁਰੂ ਮਾਲਕ ਨੂੰ ਛੱਡ ਕੇ ਜਿਹੜਾ ਮਨਮੁਖ ਹੁੰਦਾ ਨਾ, ਉਹ ਬੰਦੇ ਦਾ ਬੰਦਾ ਬਣਦਾ। ਉਹ ਗੁਰੂ ਦਾ ਬੰਦਾ ਨਹੀਂ, ਉਹ ਲੋਕਾਂ ਦਾ ਬੰਦਾ ਬਣਦਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਜਿੰਨੇ ਸਿੰਘ ਸਨ, ਇਹ ਜਾਨਾਂ ਤਲੀ 'ਤੇ ਧਰ ਕੇ ਲੜਨ ਵਾਲੇ, ਗੁਰੂ ਦੀ ਖੁਸ਼ੀ ਲੈਣ ਵਾਲੇ ਸੀ। ਅਤੇ ਦੂਜੇ ਪਾਸੇ ਭਾਵੇਂ ਪਹਾੜੀ ਰਾਜਿਆਂ ਦੀ ਫੌਜ ਸੀ, ਮੁਗਲ ਫੌਜ ਸੀ, ਉਹ ਤਾਂ ਤਨਖਾਹਾਂ ਲੈ ਕੇ ਲੜਨ ਵਾਲੇ ਅਤੇ ਜਾਨਾਂ ਬਚਾਉਣ ਵਾਲੇ ਸੀ। ਪਰ ਇੱਥੇ ਗੁਰੂ ਤੋਂ ਕੁਰਬਾਨ ਹੋਣ ਵਾਲੇ, ਗੁਰੂ ਪਿਆਰ ਦੇ ਵਿੱਚ ਭਿੱਜੇ ਹੋਏ ਸੀ। ਸੋ ਜਿਹੜਾ ਮਨਮੁਖ ਹੈ ਉਹ ਬੰਦੇ ਦਾ ਬੰਦਾ ਬਣਦਾ ਹੈ, ਦਾਸ ਦਾ ਦਾਸ ਬਣ ਜਾਂਦਾ ਹੈ। ਹੁਕਮੀ ਬੰਦਾ ਹੋਏ ਕੈ ਨਿਤ ਉੱਠ ਜਾਏ ਸਲਾਮ ਕਰਨ ਦਾ। ਫਿਰ ਉਹ ਹੁਕਮੀ ਬੰਦਾ ਹੋ ਜਾਂਦਾ ਹੈ, ਹੁਕਮ ਦਾ ਤਾਬੇਦਾਰ ਹੋ ਕੇ ਰੋਜ਼ ਤੜਕੇ ਉੱਠ ਕੇ ਨਾ ਜਾ ਕੇ ਉਹਨੂੰ ਸਲਾਮ ਕਰਦਾ, ਜਿਹਨੂੰ ਉਹ ਮੰਨਦਾ। ਉਹ ਗੁਰੂ ਨੂੰ ਸਲਾਮ ਨਹੀਂ ਕਰਦਾ, ਮੱਥਾ ਨਹੀਂ ਟੇਕਦਾ, ਉਹ ਉਹਦੇ ਅੱਗੇ ਜਾ ਕੇ ਹੱਥ ਜੋੜਦਾ ਹੈ। ਨਿੱਤ ਹੀ ਸਵੇਰੇ ਜਾ ਕੇ ਉੱਠ ਕੇ ਉਹਨੂੰ ਨਮਸਕਾਰ ਕਰਦਾ, ਦੱਸੋ ਜੀ ਕੀ ਹੁਕਮ ਹੈ, ਕੀ ਕਰਾਂ। ਅਤੇ ਜਿਵੇਂ ਉਹ ਕਹਿੰਦਾ ਹੈ ਉਵੇਂ ਉਹ ਕਰਦਾ ਹੈ। ਆਠ ਪਹਿਰ ਹੱਥ ਜੋੜ ਕੇ ਹੋਏ ਹਜ਼ੂਰੀ ਖੜਾ ਰਹੰਦਾ। ਭਾਈ ਗੁਰਦਾਸ ਜੀ ਕਹਿੰਦੇ, ਅੱਠੇ ਪਹਿਰ ਹੱਥ ਜੋੜ ਕੇ ਅਤੇ ਉਹਦੀ ਹਜ਼ੂਰੀ ਦੇ ਵਿੱਚ ਖਲੋਤਾ ਰਹਿੰਦਾ ਹੈ ਵੀ ਹੁਕਮ ਕਰੋ, ਮੈਂ ਕੀ ਕਰਾਂ। ਅਤੇ ਫਿਰ ਉਹ ਜਿਵੇਂ ਭਾਵੇਂ ਉਹ ਜੋ ਮਰਜ਼ੀ ਕਹੇ ਉਹ ਉੱਦਾਂ ਹੀ ਕਰਦਾ ਹੈ। ਜੇ ਕਿਸੇ ਨੂੰ ਕਹਿ ਦਿੱਤਾ ਵੀ ਫਲਾਣੇ ਬੰਦੇ ਨੂੰ ਮਾਰਨਾ, ਉਹ ਫਿਰ ਉਹਦਾ ਬੰਦਾ ਬਣ ਕੇ ਉਹਦਾ ਕਤਲ ਕਰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ, ਮਨਮੁਖ ਦੀ ਦਸ਼ਾ ਹੈ ਵੀ ਮਨਮੁਖ ਜਿਹੜਾ ਨਾ ਉਹ ਗੁਰੂ ਦਾ ਬੰਦਾ ਨਹੀਂ ਬਣਦਾ, ਬੰਦੇ ਦਾ ਬੰਦਾ ਬਣ ਕੇ ਉਹਦੇ ਅੱਗੇ ਹੱਥ ਜੋੜ ਕੇ ਖਲੋਤਾ ਰਹਿੰਦਾ ਹੈ। ਨੀਂਦ ਨਾ ਭੁੱਖ ਨਾ ਸੁੱਖ ਤਿਸ ਸੂਲੀ ਚੜ੍ਹਿਆ ਰਹਿ ਡਰੰਦਾ। ਫਿਰ ਉਸ ਨੂੰ ਨੀਂਦ ਦਾ ਨਾ ਭੁੱਖ ਦਾ ਸੁੱਖ ਮਿਲਦਾ ਹੈ। ਉਹ ਤਾਂ ਸੂਲੀ 'ਤੇ ਚੜ੍ਹਿਆ ਹੋਇਆ ਡਰਦਾ ਹੀ ਰਹਿੰਦਾ ਹੈ ਵੀ ਪਤਾ ਨਹੀਂ ਵੀ ਇਹਨੇ ਕਦੋਂ ਕੀ ਕਹਿ ਦੇਣਾ ਅਤੇ ਮੈਨੂੰ ਉਹੀ ਕੁਝ ਕਰਨਾ ਪੈਣਾ ਹੈ। ਉਹ ਡਰਦਾ ਹੈ ਮਨ ਵਿੱਚ, ਪਤਾ ਨਹੀਂ ਕਦੋਂ ਆਵਾਜ਼ ਦੇ ਦੇਣੀ, ਨੀਂਦ ਤੋਂ ਉਠਾ ਲੈਣਾ ਹੈ। ਜੋ ਇਹਨੇ ਕਿਹਾ ਮੈਨੂੰ ਉਹੀ ਖਾਣਾ ਪੀਣਾ ਪੈਣਾ ਹੈ। ਸੋ ਨਾ ਉਹਨੂੰ ਨੀਂਦ ਦਾ ਸੁੱਖ ਨਾ ਭੁੱਖ ਦਾ ਸੁੱਖ ਹੁੰਦਾ ਹੈ, ਔਰ ਸੂਲੀ ਚੜ੍ਹਿਆ ਰਹਿ ਡਰੰਦਾ। ਅਤੇ ਉਹਦੀ ਗੱਲ ਮੰਨਣ ਵਾਸਤੇ ਸੂਲੀ 'ਤੇ ਚੜ੍ਹਿਆ ਹੋਇਆ ਡਰਦਾ ਰਹਿੰਦਾ ਹੈ। ਪਾਣੀ ਪਾਲਾ ਧੁੱਪ ਛਾਉਂ ਸਿਰ ਉੱਤੇ ਝੱਲ ਦੁੱਖ ਸਹੰਦਾ। ਫਿਰ ਉਹ ਜਿਵੇਂ ਕਵੇ, ਉਹ ਹੁਕਮੀ ਬੰਦਾ ਜਿਹੜਾ ਬਣਿਆ ਹੋਇਆ ਹੁੰਦਾ ਉੱਦਾਂ ਹੀ ਕਰਦਾ ਹੈ। ਪਾਣੀ ਪਾਲਾ ਧੁੱਪ ਛਾਉਂ, ਬਰਸਾਤ ਦੇ ਮੀਂਹ ਦਾ ਪਾਣੀ, ਔਰ ਇਸੇ ਤਰ੍ਹਾਂ ਸਰਦੀਆਂ ਦਾ ਪਾਲਾ, ਗਰਮੀਆਂ ਦੀਆਂ ਧੁੱਪਾਂ, ਸਿਆਲ ਦੀਆਂ ਛਾਵਾਂ, ਉਹ ਸਿਰ ਦੇ ਉੱਤੇ ਝੱਲ ਕੇ ਦੁੱਖ ਭੋਗਦਾ ਹੈ। ਜਿਹੜਾ ਬੰਦੇ ਦਾ ਬੰਦਾ ਨਾ ਮਨਮੁਖ, ਉਹ ਉਹਦੀਆਂ ਗੱਲਾਂ ਮੰਨ ਕੇ ਧੁੱਪਾਂ ਵੀ ਸਹਿੰਦਾ ਹੈ, ਸਿਆਲ 'ਚ ਠੰਡ ਵੀ ਸਹਾਰਦਾ ਹੈ, ਬਰਸਾਤ ਮੀਂਹ ਦਾ ਪਾਣੀ ਵੀ ਆਪਣੇ ਸਿਰ 'ਤੇ ਚੱਲਦਾ। ਇਸ ਤਰ੍ਹਾਂ ਦੁੱਖ ਚੱਲਦਾ, ਗੁਰੂ ਵਾਸਤੇ ਨਹੀਂ ਚੱਲਦਾ, ਉਹ ਉਹਨਾਂ ਲੋਕਾਂ ਵਾਸਤੇ ਚੱਲਦਾ ਹੈ ਜਿਹਦਾ ਉਹ ਬੰਦਾ ਬਣਿਆ ਹੋਇਆ ਹੈ। ਭਾਈ ਗੁਰਦਾਸ ਜੀ ਕਹਿੰਦੇ, ਵੇਖੋ ਵੀ ਉਹ ਆਪਣੇ ਆਕਾ ਦੀ ਗੱਲ ਮੰਨਦਾ ਹੈ, ਜੋ ਆਕਾ ਨੇ ਕਿਹਾ ਉਸ ਤਰ੍ਹਾਂ ਕਰੀ ਜਾਣਾ। ਆਤਿਸ਼ਬਾਜ਼ੀ ਸਾਰ ਵੇਖ ਰਣ ਵਿੱਚ ਘਾਇਲ ਹੋਏ ਮਰੰਦਾ। ਔਰ ਫਿਰ ਰਣ ਦੇ ਵਿੱਚ ਜੇ ਕਿਤੇ ਆਪਸੀ ਲੜਾਈ ਹੁੰਦੀ, ਉਹਨਾਂ ਦਾ ਜੰਗ ਹੁੰਦਾ ਹੈ, ਤਾਂ ਫਿਰ ਰਣ ਦੇ ਵਿੱਚ ਤੋਪਾਂ ਦੀ ਛਲਕ ਨੂੰ ਆਤਿਸ਼ਬਾਜ਼ੀ ਦੇ ਤੁੱਲ ਜਾਣਦਾ ਹੈ, ਅਤੇ ਸਾਰ ਜੋ ਲੋਹਾ ਤਲਵਾਰਾਂ ਹਨ ਇਹਨਾਂ ਦੀ ਝਲਕ ਦੇਖਦਾ ਹੈ, ਅਤੇ ਰਣ ਵਿੱਚ ਘਾਇਲ ਹੋਏ ਮਰੰਦਾ, ਅਤੇ ਜੰਗ 'ਚ ਇਸ ਤਰ੍ਹਾਂ ਸੱਟਾਂ ਖਾ ਕੇ ਜ਼ਖਮੀ ਹੋ ਕੇ ਮਰ ਜਾਂਦਾ ਹੈ।
ਉਹ ਨਿੱਜੀ ਰੰਜਿਸ਼ਾਂ, ਨਿੱਜੀ ਖਹਿਬਾਜ਼ੀਆਂ, ਉਹਨਾਂ ਦੇ ਵਿੱਚ ਪੈ ਕੇ ਲੜ ਕੇ ਮਰ ਜਾਂਦਾ ਹੈ। ਜੋ ਉਹਦੇ ਆਕੇ ਨੇ ਕਿਹਾ ਵੀ ਫਲਾਣਾ ਬੰਦਾ ਜਿਹੜਾ ਹੈ ਉਹ ਬੰਦਾ ਮੇਰਾ ਦੁਸ਼ਮਣ ਹੈ, ਤੂੰ ਉਹਨੂੰ ਮਾਰਨਾ ਹੈ, ਉਹ ਆਪਣੇ ਆਕਾ ਦੀ ਖਾਤਰ ਉਹਦੇ ਨਾਲ ਜਾ ਕੇ ਜੰਗ ਕਰਦਾ ਹੈ। ਗੁਰੂ ਨਾਨਕ ਸਾਹਿਬ ਦੇ ਘਰ ਨੇ ਵੀ ਜੰਗਾਂ ਲੜੀਆਂ ਨੇ, ਪਰ ਜਰ ਜੋਰੂ ਜ਼ਮੀਨ ਦੇ ਵਾਸਤੇ ਨਹੀਂ, ਧਰਮ ਦੀ ਜੰਗ ਲੜੀ ਹੈ, ਮਜ਼ਲੂਮਾਂ ਲਈ, ਗਰੀਬਾਂ ਦੀ ਰੱਖਿਆ ਵਾਸਤੇ, ਜਿਨ੍ਹਾਂ ਦੇ ਉੱਤੇ ਸਦੀਆਂ ਤੋਂ ਜ਼ੁਲਮ ਹੁੰਦਾ ਸੀ, ਉਹਨਾਂ ਦੀ ਰੱਖਿਆ ਲਈ, ਗਰੀਬਾਂ ਦੀ ਰੱਖਿਆ ਲਈ। ਤਾਂ ਹੀ ਤਾਂ ਮਹਾਰਾਜ ਨੇ ਉਹਨੂੰ ਸੂਰਮਾ ਕਿਹਾ ਨਾ, ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਜਿਹੜਾ ਗਰੀਬ ਵਾਸਤੇ ਲੜਦਾ ਹੈ ਜਾਂ ਦੀਨ ਧਰਮ ਦੀ ਖਾਤਰ ਜਿਹੜਾ ਲੜਦਾ ਹੈ। ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛੱਡੇ ਖੇਤ, ਤੇ ਉਹ ਟੁਕੜੇ ਟੁਕੜੇ ਹੋ ਜਾਂਦਾ, ਜੰਗ ਦਾ ਮੈਦਾਨ ਛੱਡਦਾ ਨਹੀਂ। ਇੱਕ ਪਾਸੇ ਤਾਂ ਉਹ ਨੇ ਜਿਹੜੇ ਧਰਮ ਦੀਆਂ ਜੰਗਾਂ ਕਰਦੇ ਹੈ, ਕੋਈ ਮਕਸਦ ਹੁੰਦਾ ਉਹਨਾਂ ਦਾ ਲੜਨ ਵਾਸਤੇ, ਤੇ ਦੂਜੇ ਪਾਸੇ ਉਹ ਨੇ ਬੰਦੇ ਦੇ ਬੰਦੇ ਮਨਮੁਖ ਲੋਕ, ਜਿਹੜੇ ਆਪਣੇ ਆਕਾ ਦੀਆਂ ਕਹੀਆਂ ਗੱਲਾਂ ਨੂੰ ਮੰਨ ਕੇ ਤੇ ਲੜਦੇ ਹੈ ਤੇ ਮਰ ਜਾਂਦੇ ਹੈ। ਕੀਮਤੀ ਜ਼ਿੰਦਗੀ ਜਿਹੜੀ ਹੈ ਉਹ ਭੰਗ ਦੇ ਭਾੜੇ ਗਵਾ ਦਿੰਦੇ ਹੈ। ਇਹੀ ਕੁਝ ਹੋ ਰਿਹਾ ਆਪਾਂ ਦੇਖਦੇ ਹਾਂ ਸਮਾਜ ਵਿੱਚ। ਕੀ ਹੁੰਦਾ? ਧਰਮ ਦੀ ਜੰਗ ਦੀ ਤਾਂ ਕੋਈ ਗੱਲ ਹੀ ਨਹੀਂ, ਸੱਚ ਦੀ ਖਾਤਰ ਤਾਂ ਕੋਈ ਲੜਦਾ ਨਹੀਂ ਹੈ, ਆਪਸੀ ਵੈਰ ਵਿਰੋਧ ਪੈਦਾ ਕਰਕੇ ਲੜਦੇ ਹੈ। ਸੋ ਜੋ ਗੁਰੂ ਨਾਨਕ ਸਾਹਿਬ ਦੇ ਘਰ ਨੇ ਸਾਨੂੰ ਸਿਧਾਂਤ ਦਿੱਤਾ ਹੈ ਨਾ, ਉਹਨੂੰ ਅਪਣਾਉਣ ਵਾਲੇ ਵਿਰਲੇ ਨੇ। ਸਿੱਖ ਧਰਮ ਦੇ ਵਿੱਚ ਜਿਨ੍ਹਾਂ ਨੇ ਸਿੱਖੀ ਸਿਧਾਂਤ ਦੀ ਖਾਤਰ ਲਹੂ ਡੋਲਿਆ, ਉਹਨਾਂ ਦਾ ਬੜਾ ਸਨਮਾਨ ਹੈ। ਪਰ ਜਿਹੜੇ ਨਿੱਜੀ ਲੜਾਈਆਂ ਵਿੱਚ ਮਰ ਗਏ, ਭਿੜ ਗਏ, ਖਪ ਗਏ, ਉਹਨਾਂ ਦਾ ਸਨਮਾਨ ਗੁਰੂ ਨਾਨਕ ਦੇ ਘਰ ਵਿੱਚ ਨਹੀਂ ਹੈ। ਹਾਂ, ਜੇ ਕੋਈ ਬਿਨਾਂ ਵਜ੍ਹਾ ਮਾਰਿਆ ਜਾਂਦਾ ਹੈ ਤੇ ਗੁਰੂ ਨਾਨਕ ਦਾ ਘਰ ਹਮਦਰਦੀ ਜ਼ਰੂਰ ਪ੍ਰਗਟ ਕਰਦਾ ਹੈ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਜੋ ਹੋਇਆ ਹੈ। ਭਾਈ ਗੁਰਦਾਸ ਜੀ ਕਹਿੰਦੇ, ਵੇਖੋ ਜਿਹੜਾ ਬੰਦੇ ਦਾ ਬੰਦਾ ਨਾ ਮਨਮੁਖ, ਉਹ ਤਾਂ ਆਪਣੇ ਆਕਾ ਦੇ ਆਖੇ ਲੱਗ ਕੇ ਜੰਗ ਦੇ ਮੈਦਾਨ ਵਿੱਚ ਤੋਪਾਂ ਦੀ ਛਲਕ ਕਰਦਾ ਹੈ ਤੇ ਉੱਥੇ ਫਿਰ ਜ਼ਖਮੀ ਹੋ ਕਰਕੇ ਮਰ ਜਾਂਦਾ ਹੈ। ਭਾਵੇਂ ਉਹ ਜ਼ਮੀਨ ਦੀ ਲੜਾਈ ਹੋਵੇ, ਧਨ ਦੀ ਲੜਾਈ ਹੋਵੇ, ਜਾਂ ਦੁਨੀਆ ਦੀ ਸ਼ੋਹਰਤ ਲੈਣ ਦੀ ਵਡਿਆਈ ਹੋਵੇ, ਉਹਦੇ ਵਾਸਤੇ ਲੜ ਕੇ ਮਰਦਾ ਹੈ। ਗੁਰ ਪੂਰੇ ਵਿਣ ਜੂਨ ਭਵੰਦਾ, ਪੂਰੇ ਗੁਰੂ ਤੋਂ ਬਿਨਾਂ ਜੂਨਾਂ ਦੇ ਵਿੱਚ ਭਟਕਦਾ ਰਹਿੰਦਾ ਹੈ, ਉਹ ਮੁਕਤ ਨਹੀਂ ਹੁੰਦਾ। ਇਸ ਲਈ ਬੰਦੇ ਦਾ ਬੰਦਾ ਨਹੀਂ ਬਣਨਾ, ਸਿੱਖ ਨੇ ਕੀ ਕਰਨਾ? ਗੁਰੂ ਦਾ ਬੰਦਾ ਬਣਨਾ ਹੈ। ਗੁਰੂ ਦੇ ਸਾਹਮਣੇ ਹੱਥ ਜੋੜ ਕੇ ਗੁਰੂ ਦੇ ਹੁਕਮ ਨੂੰ ਸਿਰ ਮੱਥੇ ਮੰਨਣਾ। ਸਤਿਗੁਰੂ ਆਪ ਦਾ ਜੋ ਹੁਕਮ ਹੈ ਮੈਂ ਉਸ ਨੂੰ ਮੰਨਦਾ ਹਾਂ, ਆਪ ਦਾ ਕੀ ਹੁਕਮ ਹੈ ਮੇਰੇ ਤਾਈਂ। ਅਤੇ ਉਹੀ ਸਿੱਖ ਹੈ ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਰਹਿੰਦਾ ਹੈ। ਅਤੇ ਜਿਹੜਾ ਮਨ ਮਰਜ਼ੀਆਂ ਕਰਦਾ, ਕਿਸੇ ਦੇ ਪਿੱਛੇ ਲੱਗਦਾ, ਉਹ ਫਿਰ ਗੁਰੂ ਦਾ ਨਹੀਂ ਹੋ ਸਕਦਾ, ਉਹ ਉਹਦਾ ਬਣੇਗਾ। ਸੋ ਇਹਦੇ ਵਿੱਚ ਪੌੜੀ 'ਚ ਭਾਈ ਗੁਰਦਾਸ ਨੇ ਮਨਮੁਖਾਂ ਦਾ ਹਾਲ ਵਰਣਨ ਕੀਤਾ ਵੀ ਮਨਮੁਖ ਇੱਦਾਂ ਕਰਦੇ ਹੈ। ਹੁਣ ਅਗਲੀ ਪੌੜੀ ਜੋ ਪੰਜਵੀਂ ਪੌੜੀ ਹੈ ਨਾ, ਇਸ ਪੰਜਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਕੰਨ ਪਾਟੇ ਜੋਗੀ ਜਿਹੜੇ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ। ਨਾਥਾਂ ਨਾਥ ਨਾ ਸੇਵਨੀ, ਹੋਏ ਅਨਾਥ ਗੁਰੂ ਬਹੁ ਚੇਲੇ। ਭਾਈ ਗੁਰਦਾਸ ਜੀ ਕਹਿੰਦੇ ਨਾਥਾਂ ਦਾ ਨਾਥ ਕੌਣ ਹੈ? ਮਾਲਕ ਪਰਮਾਤਮਾ। ਨਾਥਾਂ ਨਾਥ ਨਾ ਸੇਵਨੀ, ਨਾਥਾਂ ਦੇ ਨਾਥ ਮਾਲਕ ਪਰਮਾਤਮਾ ਨੂੰ ਸਿਮਰਦੇ ਨਹੀਂ ਹਨ। ਹੋਏ ਅਨਾਥ ਗੁਰੂ ਬਹੁ ਚੇਲੇ, ਉਸ ਤਰ੍ਹਾਂ ਬਥੇਰੇ ਗੁਰੂ ਨਾਥ ਹੋ ਕੇ ਅਤੇ ਚੇਲੇ ਬਣਾ ਬਣਾ ਕੇ ਫਸਾ ਲੈਂਦੇ ਆ। ਉੱਦਾਂ ਬਥੇਰੇ ਗੁਰੂ ਬਣਦੇ ਹੈ, ਅੱਗੇ ਚੇਲੇ ਬਣਦੇ ਹੈ, ਪਰ ਅਸਲ ਦੇ ਵਿੱਚ ਉਹ ਅਨਾਥ ਹੀ ਰਹਿੰਦੇ ਹੈ, ਉਹਨਾਂ ਦੇ ਸਿਰ 'ਤੇ ਕੋਈ ਨਹੀਂ ਹੁੰਦਾ। ਕਿਉਂਕਿ ਜਿਹੜਾ ਨਾਥਾਂ ਦਾ ਨਾਥ ਮਾਲਕ ਪਰਮਾਤਮਾ ਵਾਹਿਗੁਰੂ, ਉਹਨੂੰ ਚੇਤੇ ਨਹੀਂ ਕਰਦੇ। ਉੱਦਾਂ ਬਥੇਰੇ ਉਹ ਜਿਹੜੇ ਗੁਰੂ ਨੇ ਨਾ ਨਾਥ, ਚੇਲੇ ਬਣਾਈ ਫਿਰਦੇ ਨੇ, ਇਸ ਲਈ ਉਹ ਅਨਾਥ ਹੀ ਰਹਿੰਦੇ ਆ ਸਾਰਾ ਜੀਵਨ।
ਕੰਨ ਪੜਾਏ ਵਿਭੂਤ ਲਾਏ, ਖਿੰਥਾ ਖੱਪਰ ਡੰਡਾ ਹੇਲੇ। ਤੇ ਉਹ ਕੀ ਕਰਦੇ ਨੇ? ਕੰਨ ਪੜਾਏ, ਕੰਨਾਂ ਨੂੰ ਪੜਾ ਕੇ ਵਿੱਚ ਮੁੰਦਰਾਂ ਪਾ ਲੈਂਦੇ ਹੈ। ਬਾਣੀ ਵਿੱਚ ਸਤਿਗੁਰੂ ਨੇ ਬਹੁਤ ਵਾਰਾਂ ਜ਼ਿਕਰ ਕੀਤਾ ਹੈ ਵੀ ਸਿਰ 'ਤੇ ਜਟਾਵਾਂ ਰੱਖ ਲੈਣੀਆਂ, ਕੰਨ ਪੜਵਾ ਕੇ ਮੁੰਦਰਾਂ ਪਾ ਲੈਣੀਆਂ, ਸਰੀਰ 'ਤੇ ਸਵਾਹ ਮਲਣੀ, ਖੱਫਣੀ ਪਾਉਣੀ, ਹੱਥ ਵਿੱਚ ਖੱਪਰ ਡੰਡਾ ਫੜ ਲੈਣਾ। ਇਸ ਤਰ੍ਹਾਂ ਕੋਈ ਜੋਗੀ ਨਹੀਂ ਬਣਦਾ। ਜੋਗੀ ਤਾਂ ਉਹ ਹੈ ਜਿਹੜਾ ਰੱਬ ਦੇ ਚਰਨਾਂ ਨਾਲ ਜੁੜਿਆ ਹੋਇਆ ਹੈ। ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਜੋਗੀ ਕਹੀਐ ਸੋਈ। ਜਿਹਦੀ ਦ੍ਰਿਸ਼ਟੀ ਇੱਕ ਹੈ, ਸਮ ਦ੍ਰਿਸ਼ਟੀ ਨਾਲ ਸਾਰਿਆਂ ਨੂੰ ਵੇਖਦਾ ਹੈ, ਉਹ ਹੈ ਅਸਲ ਦੇ ਵਿੱਚ ਜੋਗੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕੰਨ ਪੜਾ ਕੇ ਮੁੰਦਰਾਂ ਪਾ ਲਈਆਂ, ਵਿਭੂਤ ਲਾਏ। ਉਹ ਕੰਨ ਪੜਾ ਲੈਂਦੇ ਹੈ, ਸਰੀਰ 'ਤੇ ਸਵਾਹ ਲਾਉਂਦੇ ਹੈ। ਖਿੰਥਾ ਖੱਪਰ ਡੰਡਾ ਹੇਲੇ, ਸਰੀਰ ਦੇ ਉੱਤੇ ਤਨ 'ਤੇ ਖੱਫਣੀ ਪਾ ਲੈਂਦੇ ਹੈ ਔਰ ਖੱਪਰ ਹੱਥ ਵਿੱਚ ਫੜ ਲੈਂਦੇ ਹੈ, ਇੱਕ ਹੱਥ ਵਿੱਚ ਡੰਡਾ ਫੜ ਕੇ ਹੇਲੇ ਹਿਲਾਉਂਦੇ ਹੈ। ਅਤੇ ਫਿਰ ਘਰ ਘਰ ਟੁੱਕਰ ਮੰਗਦੇ, ਸਿੰਘੀ ਨਾਦ ਵਜਾਇਨ ਭੇਲੇ। ਹੱਥ ਵਿੱਚ ਡੰਡਾ ਖੱਪਰ ਫੜ ਕੇ ਘਰ ਘਰ ਦੇ ਵਿੱਚ ਟੁੱਕਰ ਮੰਗਦੇ ਫਿਰਦੇ ਹੈ, ਰੋਟੀਆਂ ਮੰਗਦੇ ਫਿਰਦੇ ਹੈ। ਸਿੰਘੀ ਨਾਦ ਵਜਾਇਨ ਭੇਲੇ, ਸਿੰਘੀਆਂ ਦੇ ਨਾਦ ਮਿਲ ਕੇ ਵਜਾਉਂਦੇ ਹੈ। ਭੇਲੇ ਦਾ ਅਰਥ ਮਿਲ ਕੇ, ਰਲ ਕੇ। ਸਿੰਘੀ ਹੁੰਦੀ ਹਿਰਨ ਦੇ ਸਿੰਗ ਦੀ, ਉਹਦਾ ਨਾਦ ਵਜਾਉਂਦੇ ਹੈ। ਜਿਵੇਂ ਸ਼ੰਖ ਵਜਾਇਆ ਜਾਂਦਾ ਨਾ, ਇਸ ਤਰ੍ਹਾਂ ਉਹਦੀ ਆਵਾਜ਼ ਕਰਦੇ ਹੈ। ਭੁਗਤ ਪਿਆਲਾ ਵੰਡੀ ਹੈ, ਸਿੱਧ ਸਾਧਕ ਸਿਵਰਾਤੀ ਮੇਲੇ। ਫਿਰ ਉਹ ਕੀ ਕਰਦੇ ਨੇ? ਭੋਜਨ ਜਦੋਂ ਕਰਦੇ ਆ ਨਾ, ਭੁਗਤ ਪਿਆਲਾ ਵੰਡੀ ਹੈ, ਉਹ ਭੋਜਨ ਦੇ ਸਮੇਂ ਸ਼ਰਾਬ ਦਾ ਪਿਆਲਾ ਵੰਡਦੇ ਹੈ। ਜਿਹੜੇ ਸਾਰੇ ਉਹਨਾਂ ਦੇ ਹੋਰ ਨਾਲ ਦੇ ਹੁੰਦੇ ਆ ਨਾ, ਉਹਨਾਂ ਨੂੰ ਕਹਿੰਦੇ ਆਓ ਸ਼ਰਾਬ ਦਾ ਪਿਆਲਾ ਪੀਵੋ ਅਤੇ ਮਸਤ ਹੋ ਜਾਓ। ਭੁਗਤ ਪਿਆਲਾ ਵੰਡੀਐ, ਸਿੱਧ ਸਾਧਕ ਸਿਵਰਾਤੀ ਮੇਲੇ। ਸਿੱਧ ਚੇਲੇ ਜਿਹੜੇ ਸਾਧਕ ਨੇ, ਸਾਰੇ ਹੀ ਉਹ ਫਿਰ ਮਿਲ ਕੇ ਸ਼ਿਵਰਾਤਰੀ ਦਾ ਜਦੋਂ ਮੇਲਾ ਲੱਗਦਾ ਉਦੋਂ ਇਕੱਠੇ ਹੋ ਜਾਂਦੇ, ਭੋਜਨ ਕਰਦੇ ਹੈ, ਸ਼ਰਾਬ ਦੇ ਪਿਆਲੇ ਵੰਡਦੇ ਹੈ। ਇਸ ਤਰ੍ਹਾਂ ਕਰਦੇ ਹੈ ਕੰਨ ਪਾਟੇ। ਬਾਰਹ ਪੰਥ ਚਲਾਏ ਦੇ, ਬਾਰਹ ਵਾਟੀ ਖਰੇ ਦੁਹੇਲੇ। 12 ਪੰਥਾਂ ਦੇ ਵਿੱਚ ਆਪੋ ਆਪਣੇ ਜਿਵੇਂ ਜਿਵੇਂ ਮੱਤ ਬਣਾਏ 12, ਉਹ 12 ਪੰਥ ਚਲਾਉਂਦੇ ਹੈ। 12 ਰਸਤਿਆਂ 'ਤੇ ਚੱਲਦੇ ਹੋਏ ਆਪ ਦੁਖੀ ਹੁੰਦੇ ਹੈ ਅਤੇ ਚੇਲਿਆਂ ਨੂੰ ਇਹ ਦੁਖੀ ਕਰਦੇ ਹੈ। ਵਿਣ ਗੁਰ ਸ਼ਬਦ ਨਾ ਸਿਜਨੀ, ਬਾਜੀ ਗਰ ਕਰ ਬਾਜੀ ਖੇਲੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਸਤਿਗੁਰੂ ਦੇ ਸ਼ਬਦ ਤੋਂ ਬਿਨਾਂ ਕਦੇ ਵੀ ਇਹ ਸਫਲ ਨਹੀਂ ਹੋ ਸਕਦੇ। ਵਿਣ ਗੁਰ ਸ਼ਬਦ ਨਾ ਸਿਜਨੀ, ਗੁਰੂ ਦੇ ਸ਼ਬਦ ਤੋਂ ਬਿਨਾਂ ਕਦੇ ਸਫਲਤਾ ਨਹੀਂ ਮਿਲਦੀ। ਗੁਰੂ ਦੇ ਸ਼ਬਦ ਤੋਂ ਬਿਨਾਂ ਕਦੇ ਮੁਕਤੀ ਪ੍ਰਾਪਤ ਨਹੀਂ ਹੁੰਦੀ। ਬਾਜੀ ਗਰ ਕਰ ਬਾਜੀ ਖੇਲੇ। ਅਤੇ ਇਹਨਾਂ ਜੋਗੀਆਂ ਅਤੇ ਨਾਥਾਂ ਦਾ ਹਾਲ ਬਾਜੀਗਰਾਂ ਵਰਗਾ ਹੈ। ਜਿਵੇਂ ਬਾਜੀਗਰ ਬਾਜੀਆਂ ਪਾ ਕੇ ਖੇਡਦੇ ਹੈ ਨਾ ਅਤੇ ਲੋਕਾਂ ਨੂੰ ਖੁਸ਼ ਕਰਦੇ ਹੈ, ਇਸੇ ਤਰ੍ਹਾਂ ਇਹ ਜਿਹੜੇ ਨਾਥ ਚੇਲੇ ਨੇ ਨਾ, ਇਹ ਵੀ ਬਾਜੀਗਰਾਂ ਦੇ ਵਾਂਗ ਲੋਕਾਂ ਨੂੰ ਰਿਝਾਉਂਦੇ ਹੈ। ਥੋੜ੍ਹੀਆਂ ਬਹੁਤੀਆਂ ਰਿੱਧੀਆਂ ਸਿੱਧੀਆਂ ਹੁੰਦੀਆਂ ਉਹ ਵਿਖਾ ਵਿਖਾ ਕੇ ਲੋਕਾਂ ਨੂੰ ਪ੍ਰਸੰਨ ਕਰਦੇ ਰਹਿੰਦੇ ਹੈ ਅਤੇ ਆਪਣੇ ਪਿੱਛੇ ਲਾਉਂਦੇ ਰਹਿੰਦੇ ਹੈ। ਸ਼ਬਦ ਦੀ ਕਮਾਈ ਨਹੀਂ ਕਰਦੇ, ਸਿਮਰਨ ਨਹੀਂ ਕਰਦੇ। ਅੰਨਾ ਖੂਹੀ ਠੇਲੇ। ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਇਹਨਾਂ ਦਾ ਹਾਲ ਪਤਾ ਕੀ ਹੈ? ਅੰਨਾ ਖੂਹੀ ਠੇਲੇ। ਜਿਵੇਂ ਆਗੂ ਅੰਨਾ ਹੋਵੇ ਅਤੇ ਉਹਦੇ ਚੇਲੇ ਵੀ ਅੰਨੇ ਹੋਣ, ਦਿਸਦਾ ਹੀ ਨਹੀਂ ਹੈ। ਉਹ ਆਪ ਵੀ ਖੂਹ ਵਿੱਚ ਡਿੱਗਦਾ ਹੈ ਅਤੇ ਆਪਣੇ ਚੇਲਿਆਂ ਨਾਲਦਿਆਂ ਨੂੰ ਵੀ ਖੂਹ ਵਿੱਚ ਡੇਗ ਦਿੰਦਾ ਹੈ, ਕਿਉਂਕਿ ਦਿਸਦਾ ਨਹੀਂ, ਹੈ ਹੀ ਅੰਨਾ। ਉਹਨੂੰ ਪਤਾ ਨਹੀਂ ਸਾਹਮਣੇ ਟੋਇਆ ਹੈ, ਖੂਹ ਹੈ, ਡੂੰਘੀ ਖਾਈ ਹੈ। ਉਹ ਆਪ ਵੀ ਖੂਹ ਵਿੱਚ ਡਿੱਗ ਜਾਂਦਾ ਅਤੇ ਚੇਲਿਆਂ ਨੂੰ ਵੀ ਖੂਹ ਵਿੱਚ ਡੇਗਦਾ। ਉਹ ਹਾਲ ਭਾਈ ਗੁਰਦਾਸ ਜੀ ਕਹਿੰਦੇ ਇਹਨਾਂ ਜੋਗੀਆਂ ਨਾਥਾਂ ਦਾ ਹੈ। ਇਹ ਆਪ ਵੀ ਖੂਹ ਵਿੱਚ ਡਿੱਗਦੇ ਹੈ
ਤੇ ਆਪਣੇ ਚੇਲਿਆਂ ਨੂੰ ਵੀ ਖੂਹ ਦੇ ਵਿੱਚ ਠੇਲ ਦਿੰਦੇ ਹੈ। ਸ਼ਬਦ ਦੀ ਕਮਾਈ ਨਹੀਂ ਕਰ ਪਾਉਂਦੇ, ਇਸ ਲਈ ਮੁਕਤ ਨਹੀਂ ਹੁੰਦੇ। 6ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਦੱਸਦੇ ਹੈ ਕਿ ਜਿਹੜਾ ਮਨੁੱਖ ਹੈ ਨਾ, ਜਦੋਂ ਉਹ ਗੁਰੂ ਦਾ ਆਸਰਾ ਨਹੀਂ ਲੈਂਦਾ, ਗੁਰੂ ਦੀ ਚਰਨ ਸ਼ਰਨ ਦੇ ਵਿੱਚ ਗੁਰੂ ਦੇ ਉਪਦੇਸ਼ਾਂ ਦੀ ਕਮਾਈ ਨਹੀਂ ਕਰਦਾ, ਫਿਰ ਇਸ ਨੂੰ ਰੋਣਾ ਹੀ ਪੈਂਦਾ ਹੈ, ਇਹਦੇ ਪੱਲੇ ਰੋਣਾ ਹੀ ਪੈਂਦਾ ਹੈ। ਸੱਚ ਦਾਤਾਰ ਵਿਸਾਰ ਕੈ, ਮੰਗਤਿਆਂ ਨੂੰ ਮੰਗਣ ਜਾਹੀ। ਹੁਣ ਬੰਦੇ ਦਾ ਹਾਲ ਦੱਸਦੇ ਆ ਭਾਈ ਗੁਰਦਾਸ ਜੀ, ਕਹਿੰਦੇ ਵੇਖੋ ਸੱਚਾ ਦਾਤਾ ਪਰਮਾਤਮਾ ਜੋ ਸਾਰਿਆਂ ਨੂੰ ਦਾਤਾਂ ਦਿੰਦਾ ਹੈ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦੇਂਦੇ ਟੋਟ ਨਾ ਆਵਈ ਅਗੰਤ ਭਰੇ ਭੰਡਾਰ। ਉਹਦੇ ਭੰਡਾਰੇ ਬੇਅੰਤ ਭਰੇ ਹੋਏ ਨੇ, ਦਾਤਾਂ ਦਿੰਦਾ ਸਾਰਿਆਂ ਨੂੰ। ਪਰ ਇਹ ਬੰਦਾ ਕੀ ਕਰਦਾ? ਸੱਚੇ ਦਾਤੇ ਨੂੰ, ਵਾਹਿਗੁਰੂ ਨੂੰ ਵਿਸਾਰ ਕੇ ਭੁਲਾ ਕੇ ਮੰਗਤਿਆਂ ਨੂੰ ਮੰਗਣ ਜਾਹੀ। ਮੰਗਤਿਆਂ ਦੇ ਕੋਲ ਮੰਗਣ ਤੁਰ ਪੈਂਦਾ ਹੈ, ਉਹਨਾਂ ਕੋਲ ਜਾਂਦਾ ਮੰਗਣ। ਮਹਾਰਾਜ ਕਹਿੰਦੇ ਜੇ ਤੂੰ ਮੰਗਣਾ ਹੈ ਤਾਂ ਗੁਰੂ ਕੋਲੋਂ ਮੰਗ, ਪ੍ਰਭੂ ਕੋਲੋਂ ਮੰਗ, ਤੇ ਬਹੁਤ ਕੁਝ ਉਹਨੇ ਤੈਨੂੰ ਦਿੱਤਾ ਹੈ। ਤੇ ਜਿਨ੍ਹਾਂ ਕੋਲ ਤੂੰ ਮੰਗਣ ਵਾਸਤੇ ਜਾਂਦਾ ਹੈ, ਇਹ ਤਾਂ ਆਪ ਮੰਗਤੇ ਨੇ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਸਾਰਾ ਸੰਸਾਰ ਹੀ ਭਿਖਾਰੀ ਹੈ, ਮੰਗਤਾ ਹੈ, ਦਾਤਾ ਤਾਂ ਇੱਕੋ ਹੀ ਹੈ ਪਰਮਾਤਮਾ। ਮੰਗਤਿਆਂ ਕੋਲੋਂ ਨਾ ਮੰਗ, ਦਾਤੇ ਕੋਲੋਂ, ਪਰਮਾਤਮਾ ਦੇ ਕੋਲੋਂ ਮੰਗ। ਸੱਚੇ ਦਾਤੇ ਨੂੰ ਭੁਲਾ ਕੇ ਤੇ ਲੋਕੀ ਕੀ ਕਰਦੇ ਨੇ? ਮੰਗਤਿਆਂ ਦੇ ਕੋਲ ਮੰਗਣ ਤੁਰ ਜਾਂਦੇ ਹੈ। ਪਰ ਕਈ ਐਸੇ ਹੁੰਦੇ ਹੈ ਜਿਹੜੇ ਇਸ ਗੱਲ ਨੂੰ ਸਮਝਦੇ ਹੈ, ਜੋ ਰੱਬ ਨੇ ਦਾਤਾਂ ਦਿੱਤੀਆਂ ਰੱਬ ਦੀਆਂ ਸਮਝ ਕੇ ਉਹ ਅੱਗੇ ਵੰਡਦੇ ਹੈ। ਉਹ ਇਹ ਨਹੀਂ ਕਹਿੰਦੇ ਮੈਂ ਦੇ ਰਿਹਾ, ਮੈਂ ਦਾਤਾ ਹਾਂ। ਇੱਕ ਨਾ ਰਾਜੇ ਦੀ ਕਥਾ ਆਉਂਦੀ ਹੈ। ਬੜਾ ਧਰਮੀ ਰਾਜਾ ਸੀ, ਪ੍ਰਜਾ ਦਾ ਖਿਆਲ ਰੱਖਣ ਵਾਲਾ। ਤੇ ਪ੍ਰਜਾ ਦਾ ਖਿਆਲ ਰੱਖਣ ਵਾਲਾ ਉਹ ਰਾਜਾ ਆਪਣੀ ਪ੍ਰਜਾ ਨੂੰ ਭੁੱਖਾ ਨਹੀਂ ਸੀ ਵੇਖ ਸਕਦਾ। ਉਹ ਪ੍ਰਜਾ ਨੂੰ ਬਹੁਤ ਕੁਝ ਦਿੰਦਾ ਸੀ। ਜਦੋਂ ਕਿਤੇ ਕਾਲ ਪੈ ਜਾਣਾ, ਜੋ ਖਜ਼ਾਨਾ ਹੈ ਅੰਨ ਧਨ ਪ੍ਰਜਾ ਨੂੰ ਵੰਡਣਾ, ਤੇ ਉਹਦੇ ਵੰਡਣ ਦਾ ਢੰਗ ਬੜਾ ਨਿਵੇਕਲਾ ਸੀ। ਉਹਦੀਆਂ ਅੱਖਾਂ ਬੜੀਆਂ ਨੀਵੀਆਂ ਰਹਿੰਦੀਆਂ ਸਨ। ਤੇ ਜਦੋਂ ਉਹਨੇ ਲੋਕਾਂ ਨੂੰ ਵੰਡਣਾ, ਪਦਾਰਥ ਦੇਣੇ, ਅੱਖਾਂ ਨੀਵੀਆਂ ਹੋਣੀਆਂ, ਤਾਂ ਕਿਸੇ ਫਕੀਰ ਨੇ ਪੁੱਛਿਆ, ਸੀਖੇ ਕਹਾਂ ਨਵਾਬ ਜੂ। ਨਵਾਬ ਜੀ, ਇਹ ਤੁਸੀਂ ਕਿੱਥੋਂ ਸਿੱਖਿਆ ਹੈ? ਦੇਣੀ ਐਸੀ ਦੇਣ, ਜਿਉਂ ਜਿਉਂ ਕਰ ਉੱਚੇ ਚੜ੍ਹੇ, ਤਿਉਂ ਤਿਉਂ ਨੀਚੇ ਨੈਣ। ਵੀ ਜਿਵੇਂ ਜਿਵੇਂ ਤੇਰੇ ਹੱਥ ਦੇਣ ਵਾਸਤੇ ਅੱਗੇ ਵੱਧਦੇ ਆ, ਉੱਚੇ ਹੁੰਦੇ ਆ, ਤੇਰੀਆਂ ਅੱਖਾਂ ਨੀਵੀਆਂ ਹੋ ਜਾਂਦੀਆਂ ਨੇ। ਤੇ ਉਸ ਰਾਜੇ ਨੇ ਜਵਾਬ ਦਿੱਤਾ ਸੀ, ਐ ਫਕੀਰ, ਇਹ ਜਿੰਨਾ ਵੀ ਕੁਝ ਹੈ ਸਾਰਾ ਉਸ ਮਾਲਕ ਦਾ ਦਿੱਤਾ ਹੈ। ਤੇ ਮੈਂ ਲੋਕਾਂ ਨੂੰ ਦਿੰਦਾ ਹਾਂ, ਤੇ ਲੋਕ ਮੇਰੇ 'ਤੇ ਭਰਮ ਕਰ ਲੈਂਦੇ ਹੈ ਵੀ ਸ਼ਾਇਦ ਦਾਤਾ ਮੈਂ ਹਾਂ, ਦਾਤ ਦੇਣ ਵਾਲਾ, ਪਰ ਦਿੰਦਾ ਤਾਂ ਵਾਹਿਗੁਰੂ ਹੈ। ਜੇ ਉਹ ਮੈਨੂੰ ਇੰਨਾ ਕੁਝ ਨਾ ਦਿੰਦਾ, ਇਹ ਵਡਿਆਈ ਨਾ ਦਿੰਦਾ, ਤੇ ਮੈਂ ਕਿੱਥੋਂ ਲੋਕਾਂ ਨੂੰ ਦੇ ਦਿੰਦਾ। ਇਸ ਲਈ ਦਾਤਾ ਉਹ ਹੈ। ਲੋਕ ਮੈਨੂੰ ਕਹਿੰਦੇ ਹੈ ਇਹ ਰਾਜਾ ਦਿੰਦਾ ਹੈ, ਤੇ ਮੈਂ ਸ਼ਰਮ ਦੇ ਵਿੱਚ ਅੱਖਾਂ ਨੀਵੀਆਂ ਕਰ ਲੈਂਦਾ ਵੀ ਹਾਂ ਤਾਂ ਮੈਂ ਕੁਝ ਵੀ ਨਹੀਂ, ਨਾ ਦੇਣ ਜੋਗਾ, ਸਾਰਾ ਕੁਝ ਉਹਦਾ ਹੈ, ਉਹਦਾ ਦਿੱਤਾ ਅੱਗੇ ਦਿੰਦਾ ਹਾਂ। ਲੋਕ ਮੇਰੇ 'ਤੇ ਭਰਮ ਕਰ ਲੈਂਦੇ ਹੈ। ਵਿਰਲੇ ਹੁੰਦੇ ਐਸੇ, ਨਹੀਂ ਤੇ ਆਪਾਂ ਵੇਖਦੇ ਹਾਂ ਅੱਜ ਦਾ ਜੋ ਸਮਾਂ ਚੱਲਦਾ ਹੈ, ਸਾਰਾ ਕੁਝ, ਕਿਹੜਾ ਬੰਦਾ, ਕਿਹੜਾ ਰਾਜਾ ਜਿਹੜਾ ਆਪਣੀ ਜੇਬ ਤੋਂ ਪ੍ਰਜਾ ਨੂੰ ਦਿੰਦਾ ਹੈ? ਜੇਬਾਂ ਸਾਰੇ ਭਰਦੇ ਨੇ, ਪ੍ਰਜਾ ਦਾ ਪੈਸਾ ਹੈ, ਟੈਕਸ ਦੇ ਰੂਪ ਦੇ ਵਿੱਚ ਇਕੱਠਾ ਹੋਇਆ। ਜੇ ਲੋਕਾਂ ਨੂੰ ਕੁਝ ਦਿੱਤਾ ਹੈ, ਕਰੋੜਾਂ ਤੇ ਅਰਬਾਂ ਰੁਪਈਆ ਉਹ ਇਸ਼ਤਿਹਾਰਾਂ ਦੇ ਵਿੱਚ, ਅਖਬਾਰਾਂ 'ਚ ਲੱਗ ਜਾਂਦਾ ਹੈ।
ਵੀ ਆਹ ਰਾਜੇ ਨੇ ਇੰਨਾ ਦਿੱਤਾ, ਪ੍ਰਜਾ ਨੂੰ ਆਹ ਕੁਝ ਦਿੱਤਾ। ਉਹ ਆਪਣੀ ਮਸ਼ਹੂਰੀ ਕਰਦੇ ਨੇ। ਹੈ ਤਾਂ ਸਭ ਕੁਝ ਪ੍ਰਜਾ ਦਾ ਹੀ ਨਾ, ਮਾਲਕ ਦਾ ਹੀ, ਪਰ ਨਾ ਆਪਣਾ ਹਰ ਬੰਦਾ ਚਮਕਾਉਂਦਾ ਹੈ। ਅੱਜ ਤੋਂ ਨਹੀਂ, ਲੰਮੇ ਸਮੇਂ ਤੋਂ ਇਹ ਕੁਝ ਹੁੰਦਾ ਆਇਆ ਹੈ। ਭਾਈ ਗੁਰਦਾਸ ਜੀ ਕਹਿੰਦੇ ਵੇਖੋ, ਹੈ ਸਭ ਕੁਝ, ਪਰ ਅਣਜਾਣ ਆਪਣੇ ਆਪ ਨੂੰ ਕਹਾਉਂਦੇ ਆ ਵੀ ਅਸੀਂ ਦੇਣ ਵਾਲੇ ਹਾਂ। ਅਤੇ ਬੰਦੇ ਦਾ ਵੀ ਹਾਲ ਐਸਾ ਹੈ, ਸੱਚ ਦਾ ਤਾਰ ਵਿਸਾਰ ਕੇ ਮੰਗਤਿਆਂ ਨੂੰ ਮੰਗਣ ਜਾਹੀ। ਸੱਚੇ ਵਾਹਿਗੁਰੂ ਦਾਤੇ ਨੂੰ ਭੁਲਾ ਕੇ ਅਤੇ ਮੰਗਤਿਆਂ ਦੇ ਕੋਲੋਂ ਮੰਗਣ ਜਾਂਦੇ ਹੈ। ਢਾਡੀ ਵਾਰਾਂ ਗਾਵੰਦੇ ਵੈਰ ਵਿਰੋਧ ਜੋਧ ਸਾਲਾਹੀ। ਢਾਡੀ ਲੋਕ ਵਾਰਾਂ ਗਾਉਂਦੇ, ਜਸ ਗਾਉਂਦੇ ਹੈ, ਅਤੇ ਵਾਹਿਗੁਰੂ ਜਸ ਵਿਹੂਣੇ ਵੈਰ ਅਤੇ ਵਿਰੋਧ ਜੋ ਹੈ ਉਹ ਉਹਨਾਂ ਨੂੰ ਯੋਧੇ ਕਰਕੇ ਸਲਾਹੁੰਦੇ ਹੈ। ਢਾਡੀ ਵਿਰਲੇ ਹੀ ਹੈ ਜਿਹੜੇ ਗੁਰੂ ਦੀਆਂ ਵਾਰਾਂ ਸਿਫਤਾਂ ਗਾਉਂਦੇ ਹੈ, ਜਿਹੜੇ ਪਰਮਾਤਮਾ ਦੀਆਂ ਸਿਫਤਾਂ ਗਾਉਂਦੇ ਹੈ। ਢਾਡੀ ਦੁਨੀਆ 'ਤੇ ਉਹ ਵੀ ਨੇ ਜਿਹੜੇ ਕੋਈ ਆਪਸੀ ਵੈਰ ਵਿਰੋਧ ਕਰਕੇ ਮਰ ਗਿਆ, ਖਪ ਗਿਆ, ਫਿਰ ਉਹਦੀਆਂ ਵਾਰਾਂ ਬਣਾ ਕੇ ਗਾਉਂਦੇ ਹੈ, ਉਹਦੀਆਂ ਸਿਫਤਾਂ ਕਰਦੇ ਹੈ, ਗੁਰੂ ਦੀਆਂ ਨਹੀਂ ਕਰਦੇ। ਸੋ ਭਾਈ ਗੁਰਦਾਸ ਜੀ ਕਹਿੰਦੇ ਵੇਖੋ, ਢਾਡੀ ਉਹਨਾਂ ਦਾ ਜਸ ਗਾਉਂਦੇ ਹੈ ਜਿਹੜੇ ਆਪਸ ਵਿੱਚ ਵੈਰ ਵਿਰੋਧ ਕਰਕੇ ਮਰ ਗਏ, ਯੋਧੇ ਕਰਕੇ ਉਹਨਾਂ ਨੂੰ ਸਲਾਹੁੰਦੇ ਹੈ। ਨਾਈ ਗਾਵਨ ਸੱਦੜੇ ਕਰ ਕਰਤੂਤ ਮੋਏ ਬਦ ਰਾਹੀ। ਅਤੇ ਨਾਈ ਲੋਕ ਉਹਨਾਂ ਦੇ ਸੱਦੜੇ ਗਾਉਂਦੇ, ਉਹਨਾਂ ਦੀਆਂ ਸਿਫਤਾਂ, ਉਹਨਾਂ ਦੀ ਉਸਤਤ ਗਾਉਂਦੇ ਹੈ ਜਿਹੜੇ ਭੈੜੇ ਰਾਹਾਂ 'ਤੇ ਚੱਲ ਕੇ ਭੈੜੀਆਂ ਕਰਤੂਤਾਂ ਕਰਕੇ ਮਰ ਗਏ। ਉਹ ਉਹਨਾਂ ਦੇ ਪਰਿਵਾਰ ਕੋਲ ਜਾ ਕੇ ਉਹਨਾਂ ਦੇ ਸੱਦੜੇ ਗਾਉਂਦੇ ਹੈ, ਇਹਨਾਂ ਦੇ ਕੋਲੋਂ ਸਾਨੂੰ ਕੁਝ ਮਿਲੇਗਾ। ਅਤੇ ਉਸ ਲਾਲਚ ਦੇ ਵਿੱਚ ਭਾਵੇਂ ਉਹ ਭੈੜੇ ਰਾਹਾਂ 'ਤੇ ਚੱਲ ਕੇ ਮਰੇ ਹੈ ਅਤੇ ਉਹਦੇ ਸੱਦੜੇ ਗਾਉਂਦੇ ਹੈ, ਉਹਦੀਆਂ ਸਿਫਤਾਂ ਕਰਦੇ ਹੈ। ਸੋ ਇਸ ਤਰ੍ਹਾਂ ਇਹ ਦੁਨੀਆ ਵਿੱਚ ਚੱਲਦਾ ਹੈ। ਸੱਚ ਦੀ ਸਿਫਤ ਬਹੁਤ ਘੱਟ ਲੋਕ ਕਰਦੇ ਹੈ, ਸੱਚੇ ਨੂੰ ਬਹੁਤ ਘੱਟ ਸਲਾਹੁੰਦੇ ਹੈ। ਅਤੇ ਬਸ ਇੱਥੇ ਅਸੀਂ ਵੇਖਦੇ ਹਾਂ ਸੰਸਾਰ ਦੇ ਵਿੱਚ ਲੋਕ ਭਾਵੇਂ ਭੈੜੇ ਰਾਹਾਂ 'ਤੇ ਚੱਲ ਕੇ ਗਿਆ, ਤੁਰ ਗਿਆ, ਅਤੇ ਸੰਸਾਰ ਦੇ ਲੋਕ ਭਾਈ ਗੁਰਦਾਸ ਜੀ ਕਹਿੰਦੇ ਵੇਖੋ, ਆਪਸੀ ਵੈਰ ਵਿਰੋਧ ਬਦ ਰਾਹੀ, ਬਦ ਮੈਨੇ ਭੈੜਾ, ਰਾਹੀ ਮੈਨੇ ਰਾਹ, ਜਿਹੜੇ ਭੈੜੇ ਰਾਹ 'ਤੇ ਚੱਲਦੇ ਆ ਨਾ, ਫਿਰ ਢਾਡੀ ਉਹਨਾਂ ਦੀਆਂ ਸਿਫਤਾਂ ਕਰਕੇ ਗਾਉਂਦੇ ਆ, ਉਹਨਾਂ ਨੂੰ ਯੋਧੇ ਕਰਕੇ ਸਲਾਹੁੰਦੇ ਆ। ਨਾਈ ਉਹਨਾਂ ਦੇ ਸੱਦੜੇ ਗਾਉਂਦੇ ਵੀ ਇਹਨਾਂ ਤੋਂ ਸਾਨੂੰ ਕੁਝ ਧਨ ਮਿਲੇਗਾ। ਪੜ੍ਹਦੇ ਭੱਟ ਕਵਿਤ ਕਰ ਕੂੜ ਕੁਸਤ ਮੁਖ ਆਲਾਹੀ। ਅਤੇ ਜਿਹੜੇ ਭੱਟ ਲੋਕ ਹਨ ਇਹ ਝੂਠੇ ਬਾਦਸ਼ਾਹਾਂ ਦੇ ਕਵਿਤ ਬਣਾ ਕੇ ਪੜ੍ਹਦੇ ਹੈ, ਉਹਨਾਂ ਦੀਆਂ ਸਿਫਤਾਂ ਗਾਉਂਦੇ ਹੈ। ਕੂੜ ਕੁਸਤ, ਝੂਠ ਹੀ ਝੂਠ ਮੁਖੋਂ ਗਾਉਂਦੇ ਹੈ, ਝੂਠ ਹੀ ਝੂਠ ਗਾਉਂਦੇ ਹੈ। ਅਸੀਂ ਵੇਖਦੇ ਹਾਂ ਦੇਹਧਾਰੀ ਉਹਨਾਂ ਦੀਆਂ ਸਿਫਤਾਂ ਕਰੀ ਜਾਂਦੇ ਹੈ, ਉਹਨਾਂ ਨੂੰ ਸਲਾਹੀ ਜਾਂਦੇ ਹੈ। ਉਹਨਾਂ ਨੂੰ ਪੁੱਛ ਕੇ ਵੇਖੋ ਹਾਂ, ਉਹ ਉਹਨਾਂ ਦੀਆਂ ਵਡਿਆਈਆਂ ਕਰਦੇ ਹੈ। ਸਿੱਖ ਤਾਂ ਉਹ ਹੈ ਜਿਹੜਾ ਗੁਰੂ ਦੀ ਵਡਿਆਈ ਕਰੇ, ਜਿਹੜਾ ਗੁਰੂ ਸਿਧਾਂਤਾਂ ਦੇ ਉੱਤੇ ਚੱਲ ਕੇ ਅਤੇ ਗੁਰੂ ਤੋਂ ਕੁਰਬਾਨ ਹੋ ਗਿਆ, ਉਹਦੀਆਂ ਵਡਿਆਈਆਂ ਕਰੇ, ਉਹ ਸਿੱਖ ਹੈ। ਪਰ ਇਹ ਜਿਹੜੇ ਭੱਟ ਲੋਕ ਨੇ ਕਵਿਤ ਬਣਾ ਕੇ, ਕਵਿਤਾ ਬਣਾ ਕੇ ਝੂਠੇ ਬਾਦਸ਼ਾਹਾਂ ਦੇ ਸੋਹਲੇ ਗਾਉਂਦੇ ਹੈ। ਹੋਏ ਅਸਰੀਤ ਪੁਰੋਹਤਾ ਪ੍ਰੀਤ ਪਰੀਤੈ ਵਿਰਤ ਮੰਗਾਹੀ। ਅਤੇ ਜਿਹੜੇ ਪੁਰੋਹਤ ਹਨ ਅਤੇ ਉਹਨਾਂ ਦੀ ਐਸੀ ਰੀਤ ਹੋ ਗਈ ਹੈ, ਪਹਿਲਾਂ ਤਾਂ ਉਹ ਆਪਸ ਵਿੱਚ ਪ੍ਰੀਤ ਪਾ ਲੈਂਦੇ ਹੈ, ਪਰਿਵਾਰਾਂ ਦੇ ਨਾਲ ਪਿਆਰ ਬਣਾ ਲੈਂਦੇ ਹੈ, ਅਤੇ ਫਿਰ ਵਿਰਤ ਮੰਗਾਹੀ, ਉਹਦੇ ਤੋਂ ਪਿੱਛੋਂ ਵਿਰਤ ਮੰਗਣ ਲੱਗ ਪੈਂਦੇ। ਭਾਵ ਉਹ ਪਰਿਵਾਰ ਨੂੰ ਕਹਿੰਦੇ ਤੁਸੀਂ ਸਾਨੂੰ ਦਾਨ ਦਿਓ, ਤੁਹਾਡੇ ਵੱਡੇ ਵਡੇਰੇ ਵੀ ਸਾਨੂੰ ਦਾਨ ਦਿੰਦੇ ਰਹੇ, ਸਾਡੇ ਵਡੇਰਿਆਂ ਨੂੰ ਦਾਨ ਦਿੰਦੇ ਸੀ, ਤੁਸੀਂ ਸਾਡੇ ਜਜਮਾਨ ਹੋ, ਤੁਸੀਂ ਸਾਨੂੰ ਦਾਨ ਦੇਣਾ, ਕਿਸੇ ਹੋਰ ਨੂੰ ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਪੁਰੋਹਿਤਾਂ ਦਾ ਇਹ ਹਾਲ ਹੈ, ਇਹ ਉਹਨਾਂ ਦੀ ਰੀਤੀ ਹੈ ਵੀ ਉਹ ਪਹਿਲਾਂ ਤਾਂ ਪਿਆਰ ਪਾਉਂਦੇ ਹੈ, ਜਾਣ ਪਛਾਣ ਵਧਾਉਂਦੇ ਹੈ, ਅਤੇ ਫਿਰ ਦਾਨ ਮੰਗਦੇ ਹੈ। ਛੁਰੀਆਂ ਮਾਰਨ ਪੰਖੀਏ ਹੱਟ ਹੱਟ ਮੰਗਦੇ ਭਿੱਖ ਭਵਾਹੀ। ਅਤੇ ਕਈ ਛੁਰੀਆਂ ਮਾਰਨ ਦਾ ਡਰ ਦੇ ਕੇ ਪੈਸੇ ਮੰਗਦੇ ਹੈ ਵੀ ਸਾਨੂੰ
ਪੈਸੇ ਦਿਓ, ਨਹੀਂ ਤਾਂ ਤੁਹਾਡੇ ਘਰ ਦੇ ਅੱਗੇ ਆਤਮ ਹੱਤਿਆ ਕਰ ਲੈਣੀ ਅਸੀਂ ਛੁਰੀ ਮਾਰ ਕੇ, ਚਾਕੂ ਮਾਰ ਕੇ। ਐਸਾ ਹੁੰਦਾ ਸੀ ਪਹਿਲਾਂ ਵੀ ਕਈ। ਅਸੀਂ ਕਈ ਬੰਦੇ ਐਸੇ ਵੀ ਵੇਖੇ ਹੈ, ਉਹ ਬਦੋ ਬਦੀ ਗੱਡੀ ਦੇ ਅੱਗੇ ਆਉਂਦੇ ਆ ਵੀ ਮਾੜੀ ਜੀ ਖਹਿ ਸਾਨੂੰ ਲੱਗ ਜਾਏ ਅਤੇ ਪੈਸੇ ਮੰਗੀਏ ਇਹਨਾਂ ਕੋਲੋਂ। ਹੈਗੇ ਨੇ ਐਸੇ ਪੈਸੇ ਮੰਗਣ ਵਾਲੇ। ਭਾਈ ਗੁਰਦਾਸ ਜੀ ਕਹਿੰਦੇ ਐਸੇ ਵੀ ਨੇ ਜਿਹੜੇ ਛੁਰੀਆਂ ਮਾਰਨ ਦਾ ਡਰ ਦੇ ਕੇ ਜਾਂ ਥੋੜ੍ਹੀ ਬਹੁਤ ਛੁਰੀ ਮਾਰ ਲਈ ਜੀ, ਇਹਨੇ ਮਾਰੀ ਹੈ। ਅੱਜ ਕੱਲ੍ਹ ਵੀ ਦੁਨੀਆ 'ਚ ਚੱਲਦਾ ਹੈ। ਕਿਸੇ ਨੂੰ ਬਦਨਾਮ ਕਰਨ ਵਾਸਤੇ ਲੋਕ ਐਸਾ ਕੁਝ ਕਰਦੇ ਹੈ। ਅਤੇ ਪਹਿਲਾਂ ਵੀ ਇਹ ਚੱਲਦਾ ਸੀ। ਭਾਈ ਗੁਰਦਾਸ ਜੀ ਕਹਿੰਦੇ ਛੁਰੀਆਂ ਮਾਰ ਕੇ ਜਾਂ ਛੁਰੀਆਂ ਮਾਰਨ ਦਾ ਡਰ ਦੇ ਕੇ ਪੈਸੇ ਮੰਗਦੇ ਹੈ। ਅਤੇ ਕਈ ਜਿਹੜੇ ਪੰਖੀਆਂ ਵਾਂਗੂ, ਜਿਵੇਂ ਪੰਛੀ ਉਡਾਰੀ ਮਾਰਦੇ ਹੈ ਨਾ, ਇਸ ਤਰ੍ਹਾਂ ਪੰਖੀਆਂ ਵਾਂਗੂ ਹੱਟੀ ਦੇ ਉੱਤੇ ਫਿਰ ਕੇ ਭਿਖਿਆ ਮੰਗਦੇ ਫਿਰਦੇ ਹੈ। ਹੁੰਦੇ ਬਿਲਕੁਲ ਉਹ ਠੀਕ ਹੁੰਦੇ, ਕਿਰਤ ਕਰਨ ਜੋਗੇ, ਹੱਥ ਪੈਰ ਕੰਮ ਕਰਦੇ ਹੈ, ਕੋਈ ਪਿੰਗਲੇ ਕੋਈ ਲੂਲੇ ਲੰਗੜੇ ਨਹੀਂ ਹੁੰਦੇ, ਹੱਟੇ ਕੱਟੇ ਹੁੰਦੇ ਹੈ, ਪਰ ਮੰਗਦੇ ਫਿਰਦੇ, ਮਿਹਨਤ ਨਹੀਂ ਕਰਦੇ, ਕਿਰਤ ਨਹੀਂ ਕਰਦੇ। ਸਿੱਖੀ ਸਿਧਾਂਤ ਤਾਂ ਐਸਾ ਹੈ, ਸਤਿਗੁਰੂ ਨੇ ਕਿਰਤ ਨੂੰ ਪਹਿਲ ਦਿੱਤੀ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਪਰ ਉਹ ਕਿਰਤ ਨਹੀਂ ਕਰਦੇ, ਕੰਮ ਨਹੀਂ ਕਰਦੇ। ਗੁਰ ਪੂਰੇ ਵਿਣ ਰੋਵਨ ਧਾਹੀ। ਐਸੇ ਲੋਕ ਜਿਹੜੇ ਨੇ ਨਾ, ਪੂਰੇ ਗੁਰੂ ਤੋਂ ਬਿਨਾਂ ਉਹ ਧਾਹਾਂ ਮਾਰ ਕੇ ਫਿਰ ਰੋਂਦੇ ਹੈ। ਰੋਣਾ ਪੱਲੇ ਪੈਂਦਾ ਉਹਨਾਂ ਦੇ। ਇਸੇ ਲਈ ਗੁਰੂ ਬਾਬਾ ਜੀ ਨੇ ਕਿਹਾ ਕਿ ਤੂੰ ਸੱਚ ਦੇ ਮਾਰਗ ਦੇ ਉੱਤੇ ਚੱਲ, ਅਤੇ ਸੱਚ ਦੇ ਮਾਰਗ 'ਤੇ ਚੱਲਦਿਆਂ ਹੋਇਆਂ ਤੈਨੂੰ ਮੌਤ ਵੀ ਆ ਜਾਏ, ਉਸ ਨੂੰ ਤੂੰ ਪ੍ਰਵਾਨ ਕਰੀ। ਅਤੇ ਧਰਮ ਦੇ ਮਾਰਗ 'ਤੇ, ਸੱਚ ਦੇ ਮਾਰਗ 'ਤੇ ਚੱਲਦਿਆਂ ਹੋਇਆਂ ਮਨੁੱਖ ਜਦੋਂ ਦੁਨੀਆ ਤੋਂ ਜਾਂਦਾ ਹੈ, ਅਤੇ ਸਤਿਗੁਰੂ ਫਿਰ ਕਿਰਪਾ ਕਰਕੇ ਉਹਨੂੰ ਆਪਣੀ ਗੋਦ ਵਿੱਚ ਨਿਵਾਸ ਦਿੰਦੇ ਹੈ। ਉਹਨੂੰ ਸਤਿਗੁਰੂ ਜੀ ਆਪਣੇ ਚਰਨਾਂ 'ਚ ਨਿਵਾਸ ਦਿੰਦੇ ਹੈ। ਪਰ ਜਿਹੜੇ ਝੂਠੀਆਂ ਸਿਫਤਾਂ ਕਰਦੇ ਹੈ, ਕਿਸੇ ਦੀਆਂ ਢਾਡੀ ਬਣ ਕੇ ਕਿਸੇ ਦੁਨੀਆ ਦੇ ਝੂਠੇ ਬਾਦਸ਼ਾਹਾਂ ਦੇ ਸੋਹਲੇ ਗਾਉਂਦੇ ਹੈ, ਭੱਟ ਉਹਨਾਂ ਦੇ ਕਵਿੱਤ ਪੜ੍ਹੀ ਜਾਂਦੇ ਹੈ। ਪੁਰੋਹਿਤ ਉਹ ਵੀ ਬਸ ਮੰਗਣ ਦੇ ਵਿੱਚ ਹੀ ਲੱਗੇ ਰਹਿੰਦੇ ਹੈ। ਮਹਾਰਾਜ ਕਹਿੰਦੇ ਪੂਰੇ ਗੁਰੂ ਤੋਂ ਬਿਨਾਂ ਫਿਰ ਰੋਣਾ ਹੀ ਇਹਨਾਂ ਦੇ ਪੱਲੇ ਰਹਿ ਜਾਂਦਾ ਹੈ। ਇਸ ਲਈ ਗੁਰਮਤਿ ਨੇ ਸਾਨੂੰ ਇਹੀ ਸਿਖਾਇਆ ਹੈ। ਇੱਕ ਤਾਂ ਗੁਰੂ ਨਾਨਕ ਸਾਹਿਬ ਦਾ ਜਦੋਂ ਅਸੀਂ ਬਚਨ ਪੜ੍ਹਦੇ ਹਾਂ ਬਾਣੀ ਵਿੱਚ, ਸਤਿਗੁਰੂ ਨੇ ਆਪਣੇ ਆਪ ਨੂੰ ਢਾਡੀ ਕਿਹਾ। ਹਉ ਢਾਡੀ ਹਰ ਪ੍ਰਭ ਖਸਮ ਕਾ। ਮਹਾਰਾਜ ਕਹਿੰਦੇ ਮੈਂ ਪਰਮਾਤਮਾ ਦੇ ਦਰ ਦਾ ਢਾਡੀ ਹਾਂ, ਉਹਦੀ ਸਿਫਤ ਕਰਦਾ, ਉਹਦੀ ਸਿਫਤ ਗਾਉਂਦਾ ਹਾਂ। ਕੱਲ੍ਹ ਨੂੰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹਾਦਤ ਦਾ ਦਿਨ ਹੈ। ਸਤਿਗੁਰੂ ਦੀ ਸ਼ਹਾਦਤ ਦਾ ਦਿਨ ਆ ਰਿਹਾ। ਸ਼ਹਾਦਤ ਦੇ ਕਾਰਨ ਬਹੁਤ ਨੇ, ਪਰ ਇੱਕ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ। ਜਦੋਂ ਹਕੂਮਤ ਵੱਲੋਂ ਕਿਹਾ ਗਿਆ ਵੀ ਜਿਹੜਾ ਗ੍ਰੰਥ ਤੁਸੀਂ ਤਿਆਰ ਕੀਤਾ ਹੈ, ਇਹਦੇ ਵਿੱਚ ਸਾਡੇ ਪੈਗੰਬਰ ਦੀ ਸਿਫਤ ਲਿਖੋ, ਉਹਦਾ ਜਸ ਲਿਖੋ, ਉਹਦੀ ਉਸਤਤ ਲਿਖੋ। ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਢਾਡੀ ਸਨ। ਉਹਨਾਂ ਨੇ ਪਰਮਾਤਮਾ ਦੀਆਂ ਸਿਫਤਾਂ ਕੀਤੀਆਂ। ਇਸ ਗ੍ਰੰਥ ਦੇ ਵਿੱਚ ਅਕਾਲ ਪੁਰਖ ਦੀ ਸਿਫਤ ਲਿਖੀ ਗਈ, ਹੋਰ ਕਿਸੇ ਦੀ ਨਹੀਂ। ਜਾਂ ਉਸ ਨੂੰ ਸਿਮਰਨ ਵਾਲੇ, ਉਹਦੀ ਬੰਦਗੀ ਕਰਨ ਵਾਲੇ, ਉਹਦੀਆਂ ਵਡਿਆਈਆਂ ਨੇ। ਕਿਸੇ ਦੇ ਕਹਿਣ 'ਤੇ ਕੱਲ੍ਹ ਨੂੰ ਕੋਈ ਹੋਰ ਕਵੇਗਾ, ਕੋਈ ਵੱਖਰਾ ਪੰਥ ਚਲਾ ਲਵੇਗਾ, ਉਹ ਉੱਠ ਕੇ ਕਵੇਗਾ ਵੀ ਇਸ ਗ੍ਰੰਥ ਵਿੱਚ ਸਾਡੇ ਆਗੂ ਦੀ ਸਿਫਤ ਲਿਖੋ। ਮਹਾਰਾਜ ਕਹਿੰਦੇ ਨਹੀਂ, ਸੱਚ ਲਿਖਿਆ ਹੈ। ਔਰ ਇਸ ਤੋਂ ਪਹਿਲਾਂ ਸ਼ਿਕਾਇਤਾਂ ਵੀ ਹੋਈਆਂ ਸਨ। ਅਕਬਰ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਟਾਲੇ ਮੰਗਵਾਇਆ ਸੀ। ਭਾਈ ਗੁਰਦਾਸ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ ਗਏ ਸਨ ਅਕਬਰ ਵੇਲੇ, ਪਰ ਅਕਬਰ ਕੁਝ ਕੁ ਸਿਆਣਾ ਸੀ, ਉਹਨੇ ਗੁਰੂ ਘਰ ਨਾਲ ਮੱਥਾ ਨਹੀਂ ਲਾਇਆ। ਉਹ ਗੋਇੰਦਵਾਲ ਆ ਕੇ ਲੰਗਰ 'ਚ ਬਹਿ ਕੇ ਪ੍ਰਸ਼ਾਦਾ ਵੀ ਛਕ ਚੁੱਕਿਆ ਸੀ। ਉਹਨੂੰ ਪਤਾ ਸੀ। ਹੁਕਮਨਾਮਾ ਜਦੋਂ ਲਿਆ ਗਿਆ, ਖਾਕ ਨੂਰ ਕਰਦਨ ਆਲਮ ਦੁਨੀਆਏ, ਜਿਵੇਂ ਦਰਖਤ ਆਪ ਪੈਦਾਇਸ਼ ਖੁਦਾਏ। ਉਹਨੇ ਸੁਣਿਆ ਅਤੇ ਗਦਗਦ ਹੋ ਗਿਆ ਵੀ ਇਹਦੇ ਵਿੱਚ ਤਾਂ ਅਕਾਲ ਦੀ ਸਿਫਤ ਲਿਖੀ ਹੈ, ਉਹਦੀਆਂ ਦਾਤਾਂ ਦਾ ਜ਼ਿਕਰ ਹੈ। ਤੋ ਸਤਿਗੁਰੂ ਸੱਚੇ ਢਾਡੀ ਸੀ।
ਗੁਰੂ ਅਰਜਨ ਦੇਵ ਜੀ ਨੇ ਕਿਹਾ ਨਹੀਂ, ਇਸ ਗ੍ਰੰਥ ਵਿੱਚ ਕਿਸੇ ਪੈਗੰਬਰ ਦੀ ਸਿਫਤ ਨਹੀਂ, ਇਹਦੇ ਵਿੱਚ ਖੁਦਾ ਦੀ ਸਿਫਤ ਲਿਖੀ ਹੈ। ਔਰ ਹਾਂ, ਇਹਦੇ ਵਿੱਚ ਕਿਸੇ ਨੂੰ ਨਿੰਦਿਆ ਨਹੀਂ ਗਿਆ, ਜੋ ਹਕੀਕਤ ਸੱਚਾਈ ਹੈ ਉਹ ਲਿਖੀ ਹੈ। ਇੱਥੇ ਤੁਸੀਂ ਪੜ੍ਹੋ, ਤੁਹਾਨੂੰ ਆਵਾਜ਼ ਆਵੇਗੀ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਭੂਲਹੁ ਭਾਈ, ਖਾਲਕ ਖਲਕ ਖਲਕ ਮਹਿ ਖਾਲਕ, ਪੂਰ ਰਹਿਓ ਸਰਬ ਠਾਈ। ਤੋ ਗੁਰੂ ਜੀ ਆਪ ਸੱਜੇ ਢਾਡੀ ਸੀ, ਸੱਚ ਦੀਆਂ ਸਿਫਤਾਂ ਕਰਦੇ ਸੀ। ਸੋ ਇਸ ਲਈ ਸੱਚੇ ਦੀਆਂ ਸਿਫਤਾਂ ਕਰੀਏ, ਜਾਂ ਜਿਹੜਾ ਸੱਚੇ ਨੂੰ ਸਿਮਰਦਾ ਹੋਇਆ, ਸੱਚ ਦੇ ਮਾਰਗ 'ਤੇ ਚੱਲਦਾ ਹੋਇਆ, ਰੁਖਸਦ ਹੋਇਆ, ਉਹਦੀਆਂ ਸਿਫਤਾਂ, ਸੱਚ ਦੇ ਮਾਰਗ 'ਤੇ ਚੱਲਣ ਵਾਲੇ ਦੀਆਂ ਵਡਿਆਈਆਂ ਇਸ ਪੌੜੀ ਵਿੱਚ ਭਾਈ ਗੁਰਦਾਸ ਨੇ ਸਮਝਾਇਆ ਹੈ ਕਿ ਦੁਨੀਆ ਦੇ ਲੋਕ ਜਿਹੜੇ ਨੇ ਨਾ, ਇੱਕ ਤਾਂ ਮੰਗਤਿਆਂ ਕੋਲੋਂ ਮੰਗਦੇ ਹੈ, ਦੂਜੇ ਜਿਹੜਾ ਉਹ ਸੰਸਾਰੀ ਅਮੀਰਾਂ ਦੀਆਂ, ਝੂਠੇ ਬਾਦਸ਼ਾਹਾਂ ਦੀਆਂ, ਉਹਨਾਂ ਦੀਆਂ ਸਿਫਤਾਂ ਕਰਦੇ ਰਹਿੰਦੇ ਹੈ, ਅਤੇ ਉਹਨਾਂ ਦੀਆਂ ਸਿਫਤਾਂ ਕਰਕੇ ਹੀ ਫਿਰ ਖੱਪ ਮਰ ਜਾਂਦੇ ਆ। ਰੱਬ ਦੀਆਂ ਸਿਫਤਾਂ ਕੋਈ ਨਹੀਂ ਕਰਦਾ। ਗੁਰ ਪੂਰੇ ਵਿਣ ਰੋਵਨ ਤਾਹੀ, ਪੂਰੇ ਗੁਰੂ ਤੋਂ ਬਿਨਾਂ ਉਹ ਫਿਰ ਧਾਹਾਂ ਮਾਰ ਕੇ ਰੋਂਦੇ, ਉਹਨਾਂ ਦਾ ਹਾਲ ਐਸਾ ਹੁੰਦਾ ਹੈ। ਸਤਿਗੁਰੂ ਕਿਰਪਾ ਕਰਨ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਜੀ, ਅਗਾਂਹ ਵਾਸਤੇ ਸਮੱਤ ਬਖਸ਼ਣੀ। ਛੁਰੀਆਂ ਮਾਰਨ ਪੰਖੀਏ, ਹਟ ਹਟ ਮੰਗਦੇ ਭਿਖ ਭਵਾਹੀ, ਗੁਰ ਪੂਰੇ ਵਿਣ ਰੋਵਨ ਤਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।